ਮਿਲਿਆ ਈ ਮਨੁੱਖੀ ਮੌਕਾ ਤੈਨੂੰ ਬੜੇ ਚਿਰਾਂ ਤੋਂ ਬਾਅਦ। ਸਿੱਖ ਲੈ ਮਨ ਮੁਖ ਤੇ ਅੱਖ ਮੱਤ ਨੂੰ ਸਾਧਣਾ, ਸਨੇ ਤੱਤਾਂ ਕੁੱਲ ਤਦਾਦ। ਜੇ ਜਿਉਂਦੇ ਜੀ ਮਰਨਾ ਆ ਜਾਵੇ, ਮੁੱਕਣ ਸਭ ਫਸਾਦ। ਫਿਰ ਹੀ ਪਤਾ ਲੱਗਦਾ ਅਮਨ, ਕਿਵੇਂ ਸਮਾਈ ਦਾ ਅਚਲ ਸਮਾਦ, ਕਿਵੇਂ ਸਮਾਈ ਦਾ ਅਚਲ ਸਮਾਦ। ਤੂੰ ਸੱਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਜੇ ਮੈਨੂੰ ਮੌਕਾ ਮਿਲੇ। ਚਾਰ ਅੱਖਰਾਂ ਦੇ ਸਾਂਝੇ ਸੁਮੇਲ ਦਾ ਇੱਕ ਅਲਫਾਜ਼ ਹੈ ਅਵਸਰ, ਜੋ ਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦਾ ਅਲਫਾਜ਼ ਹੈ। ਇਸ ਸੰਸਕ੍ਰਿਤ ਭਾਸ਼ਾ ਦੇ ਅਲਫਾਜ਼ ਨੂੰ ਪੰਜਾਬੀ ਭਾਸ਼ਾ ਵਿੱਚ ਮੌਕਾ, ਵਕਤ, ਵੇਲਾ ਆਦਿ ਵੀ ਬੋਲਿਆ ਜਾਂਦਾ ਹੈ। ਜੇ ਵੇਖਿਆ ਜਾਵੇ ਤਾਂ ਅਵਸਰ ਉਹ ਅਵੇਲੇਬਿਲਿਟੀ, ਉਹ ਚਾਂਸ ਹੁੰਦਾ ਹੈ ਜੋ ਸਾਨੂੰ ਕਿਸੇ ਵੀ ਹਾਲ ਤੇ ਹਾਲਾਤ ਨੂੰ ਆਪਣੀ ਮਾਨਸਿਕਤਾ ਅਨੁਸਾਰ ਬਦਲਵੀਂ ਰੂਪ ਰੇਖਾ ਦੇਣ ਦੀ ਯੋਗਤਾ ਪ੍ਰਦਾਨ ਕਰਦਾ ਹੈ। ਇਸ ਲਈ ਅਸੀਂ ਇਨਸਾਨ ਅਕਸਰ ਮੌਕੇ ਦੀ ਭਾਲ ਵਿੱਚ ਹੁੰਦੇ ਹਾਂ ਕਿ ਜੇ ਸਾਨੂੰ ਮੌਕਾ ਮਿਲੇ ਅਸੀਂ ਆਹ ਕਰ ਲਈਏ, ਜੇ ਸਾਨੂੰ ਮੌਕਾ ਮਿਲੇ ਅਸੀਂ ਉਹ ਕਰ ਲਈਏ। ਜਿਵੇਂ ਜੇ ਕੋਈ ਗਰੀਬ ਹੋਵੇ ਤਾਂ ਉਸ ਅੰਦਰ ਹੁੰਦਾ ਹੈ ਕਿ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਪੈਸਾ ਕਮਾ ਆਪਣੀ ਗਰੀਬੀ ਦੂਰ ਕਰਾਂ। ਪੜ੍ਹੇ ਲਿਖੇ ਨੂੰ ਹੁੰਦਾ ਹੈ ਕਿ ਜੇ ਮੈਨੂੰ ਮੌਕਾ ਮਿਲੇ ਮੈਂ ਕੋਈ ਨੌਕਰੀ ਪੇਸ਼ਾ ਕਰ ਕਿਸੇ ਉੱਚੇ ਮੁਕਾਮ ਨੂੰ ਹਾਸਲ ਕਰਾਂ। ਇਸ ਪ੍ਰਕਾਰ ਕਈ ਵਾਰੀ ਮੌਕਿਆਂ ਦੀ ਭਾਲ 'ਚ ਪਾਉਂਦੇ ਇਨਸਾਨ ਦੀ ਕਾਬਲੀਅਤ ਵੀ ਮੌਕੇ ਦੀ ਮੁਹਤਾਜ ਹੋ ਕੇ ਰਹਿ ਜਾਂਦੀ ਹੈ, ਕਿਉਂਕਿ ਇਨਸਾਨ ਨੂੰ ਆਪਣੀ ਕਾਬਲੀਅਤ ਨੂੰ ਸਿੱਧ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਸੰਸਾਰੀ ਸਮਝ ਦੀ ਸੰਸਾਰੀ ਜਾਗਰੂਕਤਾ ਵਾਲਾ ਇਨਸਾਨ ਜਿੱਥੇ ਤਮਾਮ ਉਮਰ ਠੋਕਰਾਂ ਖਾਂਦਾ ਹੋਇਆ ਆਪਣੇ ਆਪ ਨੂੰ ਜਾਂ ਹੋਰਾਂ ਨੂੰ ਕੋਸਦਾ ਹੋਇਆ ਤਮਾਮ ਉਮਰ ਮੌਕੇ ਦੀ ਭਾਲ ਕਰਦਾ ਰਹਿੰਦਾ ਹੈ ਕੁਝ ਕਰਨ ਲਈ, ਉੱਥੇ ਹੀ ਉੱਚੀ ਬੌਧਿਕਤਾ ਤੇ ਸੂਝ ਸਮਝ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਕਿਸੇ ਟੀਚੇ ਨੂੰ ਹਾਸਲ ਕਰਨ ਦਾ ਅਸਲ ਮੌਕਾ ਤਾਂ ਉੱਥੇ ਹੀ ਹੁੰਦਾ ਹੈ ਜਿੱਥੇ ਤੁਸੀਂ ਖੜੇ ਹੋ। ਕਿਉਂਕਿ ਇਸ ਸੰਸਾਰੀ ਰੰਗਮੰਚ ਤੇ ਕਿਸੇ ਵੀ ਕੰਮ ਲਈ ਕਿਸੇ ਨੂੰ ਕਿਸੇ ਵੱਲੋਂ ਪਰੋਸ ਕੇ ਮੌਕਾ ਨਹੀਂ ਦਿੱਤਾ ਜਾਂਦਾ, ਬਲਕਿ ਇਸ ਮਟੀਰੀਅਲਿਸਟਿਕ ਵਾਸਤਵਿਕਤਾ ਵਾਲੇ ਮਟੀਰੀਅਲ ਦੇ ਲੋਕ ਵਿੱਚ ਇਸ ਦਿਖਾਵੇ ਦੇ ਰੰਗਮੰਚ ਤੇ ਆਪਣੇ ਆਪ ਨੂੰ ਸਾਬਤ ਕਰਨ ਲਈ ਆਪਣੇ ਦਮ ਤੇ ਖੁਦ ਆਪ ਮੌਕਾ ਹਾਸਲ ਕਰਨਾ ਪੈਂਦਾ ਹੈ। ਤੇ ਜੇ ਖੁਦ ਨੂੰ ਸਾਬਤ ਕਰਨ ਲਈ ਮੌਕਾ ਖੁਦ ਹੀ ਲੱਭਣਾ ਹੈ, ਖੁਦ ਹੀ ਹਾਸਲ ਕਰਨਾ ਹੈ, ਤਾਂ ਫਿਰ ਦੇਰੀ ਕਿਸ ਗੱਲ ਦੀ। ਜਦੋਂ ਅਸੀਂ ਯੋਗ ਹਾਂ, ਸਾਡੀ ਯੋਗਤਾ, ਸਾਡੀ ਕਾਬਲੀਅਤ ਹੈ ਕਿਸੇ ਪ੍ਰਾਪਤੀ ਨੂੰ ਪ੍ਰਾਪਤ ਕਰਨ ਦੀ, ਤਾਂ ਫਿਰ ਅਸੀਂ ਮੌਕੇ ਦੀ ਭਾਲ 'ਚ ਕਿਸੇ ਕੰਨੀ ਕਿਉਂ ਵੇਖੀਏ। ਸੋ ਜਿਸ ਪ੍ਰਕਾਰ ਜਹਾਨ ਦੀਆਂ ਪ੍ਰਾਪਤੀਆਂ ਨੂੰ, ਜੱਗ ਜਹਾਨ ਦੇ ਟੀਚਿਆਂ ਨੂੰ ਹਾਸਲ ਕਰਨ ਦਾ ਮੌਕਾ ਅੱਜ ਹੈ, ਉਸੇ ਪ੍ਰਕਾਰ ਮਾਨਸ ਜਨਮ ਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਵਾਲੇ ਅਹਿਮ ਮਕਸਦ ਨੂੰ ਹਾਸਲ ਕਰਨ ਦਾ ਮੌਕਾ ਵੀ ਅੱਜ ਹੀ ਹੈ। ਕਿਉਂਕਿ ਗੁਰਬਾਣੀ ਫਰਮਾਨ ਹੈ, ਇਹੀ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਰੂਹਾਨੀ ਪ੍ਰਕਾਸ਼ ਦੀ ਸੂਝ ਸਮਝ ਵਾਲੀ ਪ੍ਰਕਾਸ਼ਮਾਨ ਰੌਸ਼ਨੀ ਨਾਲ ਰਾਹ ਦਿਖਾਉਂਦਿਆਂ ਹੋਇਆਂ ਸਾਹਿਬ ਪਿਆਰਿਆਂ ਵੱਲੋਂ ਸਾਨੂੰ ਜੀਵਾਂ ਨੂੰ ਸਮਝਾਇਆ ਗਿਆ ਹੈ ਕਿ ਸਾਡੇ ਕੋਲ ਇਹ ਇੱਕ ਅਵਸਰ ਹੈ, ਇਹ ਇੱਕ ਵਾਰੀ ਹੈ ਜੀਵਨ ਮਕਸਦ ਨੂੰ ਪੂਰਿਆਂ ਕਰ ਆਪਣੀ ਅਸਲ ਮੰਜ਼ਲੇ ਮਕਸੂਦ ਨੂੰ ਹਾਸਲ ਕਰਨ ਦੀ। ਕਿਉਂਕਿ 83,99,999 ਜੂਨ ਦੀ ਲੰਮੇਰੀ ਵਾਟ ਵਾਲੀ ਖੱਜਲ ਖਵਾਰੀ ਪਿੱਛੋਂ ਸਾਨੂੰ ਮਨੁੱਖਾ ਦੇਹੀ ਦੇ ਰੂਪ ਵਿੱਚ ਇੱਕ ਮੌਕਾ ਮਿਲਿਆ ਹੈ ਜਿਸ ਵਿੱਚ ਸੂਝ ਸਮਝ ਦਾ ਤਲ ਬਾਕੀ ਪ੍ਰਜਾਤੀਆਂ ਨਾਲੋਂ ਵਿਕਸਿਤ ਹੈ। ਇਸ ਜਨਮ ਵਿੱਚ ਸਾਡੇ ਕੋਲ ਬੋਲ ਹਨ, ਅੱਖਰ ਹਨ, ਅਸੀਂ ਸੁਣ ਸਕਦੇ ਹਾਂ, ਬੋਲ ਸਕਦੇ ਹਾਂ, ਸਮਝ ਸਕਦੇ ਹਾਂ ਤੇ ਸਮਝ ਕੇ ਆਪਣੇ ਰਸਤੇ ਦੀ ਚੋਣ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਪਰ ਜੇਕਰ ਸੰਸਾਰੀ ਪ੍ਰਾਪਤੀਆਂ ਦੇ ਸੰਸਾਰੀ ਮੌਕਿਆਂ ਨੂੰ ਹਾਸਲ ਕਰਨ ਦੀ ਜੱਦੋ-ਜਹਿਦ ਵਿੱਚ ਅਸੀਂ ਇਸ ਮੌਕੇ ਨੂੰ, ਇਸ ਵਾਰੀ ਨੂੰ ਅਜਾਈ ਬਤੀਤ ਕਰ ਦਿੰਦੇ ਹਾਂ, ਤਾਂ ਇਸ ਗੱਲ ਦਾ ਨੁਕਸਾਨ ਰੂਪ ਹਰਜ਼ਾਨਾ ਸਾਨੂੰ ਕੀ ਭੁਗਤਣਾ ਪੈ ਸਕਦਾ ਹੈ। ਇਸ ਗੱਲ ਦਾ ਹਵਾਲਾ ਦਿੰਦਿਆਂ ਹੋਇਆਂ ਗੁਰਬਾਣੀ ਫਰਮਾਨ ਹੈ, 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। ਸੋ ਮੁੱਦਤਾਂ ਦੀ ਲੰਮੀ ਜੱਦੋ ਜਹਿਦ ਪਿੱਛੋਂ ਤੇ ਮਾਲਕ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਕਿਰਪਾ ਰਹਿਮਤ ਪਿੱਛੋਂ ਮਿਲੇ ਇਸ ਸ੍ਰੇਸ਼ਟ ਤੇ ਉੱਤਮ ਮੌਕੇ ਨੂੰ ਪਲ ਪਲ ਕਰ ਬੀਤ ਦੇ ਵਕਤ ਨਾਲ ਅਜਾਈ ਨਾ ਗਵਾਈਏ। ਕਿਉਂਕਿ ਜਿੱਥੇ ਇਹ ਵਕਤ ਲੰਘਦਾ ਜਾ ਰਿਹਾ ਹੈ ਉੱਥੇ ਹੀ ਸਾਡਾ ਇਹ ਜੀਵਨ ਵੀ ਅਖੀਰ ਵੱਲ ਨੂੰ ਵੱਧਦਾ ਜਾ ਰਿਹਾ ਹੈ ਤੇ ਇਹ ਅਖੀਰ ਵੱਲ ਵੱਧਦਾ ਜੀਵਨ ਸਾਨੂੰ ਬਹੁਤੇ ਮੌਕੇ ਨਹੀਂ ਦੇਵੇਗਾ ਅਸਲ ਮਕਸਦ ਨੂੰ ਪ੍ਰਾਪਤ ਕਰਨ ਦੇ। ਇਸ ਲਈ ਇਸ ਗੱਲ ਨੂੰ ਆਪਣੇ ਜ਼ਿਹਨ ਵਿੱਚ ਗਹਿਰਾ ਉਤਾਰ ਸਮਝ ਲਈਏ ਕਿ ਜੋ ਮੌਕਾ ਅੱਜ ਸਾਡੇ ਕੋਲ ਹੈ ਇਹ ਪਤਾ ਨਹੀਂ ਕੱਲ੍ਹ ਹੋਵੇ ਜਾਂ ਨਾ ਹੋਵੇ।
ਇਸ ਲਈ ਇਸੇ ਪਲ ਜਿਨ੍ਹਾਂ ਕਦਮਾਂ ਤੇ ਖੜੇ ਹਾਂ, ਇਨ੍ਹਾਂ ਕਦਮਾਂ ਤੋਂ ਹੀ ਆਪਣੀ ਰੂਹਾਨੀ ਮੰਜ਼ਿਲ ਨੂੰ, ਆਪਣੇ ਜੀਵਨ ਮਕਸਦ ਨੂੰ ਪ੍ਰਾਪਤ ਕਰਨ ਦਾ ਸਫ਼ਰ ਸ਼ੁਰੂ ਕਰੀਏ ਤੇ ਇਸ ਮੌਕੇ ਦਾ ਭਰਪੂਰ ਫਾਇਦਾ ਉਠਾ ਆਪ ਦੀ ਵਾਪਸੀ ਆਪ ਦੇ ਨਿੱਜ ਘਰ, ਆਪ ਦੇ ਪਿਤਾ ਸਤ ਸਰੂਪ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਕੋਲ ਕਰੀਏ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।